ਤੁਹਾਡਾ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਹੈ। ਪਿੱਛੇ ਵੀ ਅਸੀਂ ਕਾਨਫਰੰਸਾਂ ਕਰਕੇ ਕਿਸ ਤਰੀਕੇ ਪੰਜਾਬ ਦੇ ਵਿੱਚ ਜੁਡੀਸ਼ੀਅਲ ਸਿਸਟਮ ਨੂੰ ਪ੍ਰਭਾਵਿਤ ਕਰਨ ਦੀਆਂ ਔਰ ਆਪਣੇ ਸਿਆਸੀ ਵਿਰੋਧੀਆਂ ਨੂੰ ਝੂਠੇ ਕੇਸਾਂ ਦੇ ਵਿੱਚ ਫਸਾਉਣ ਦੀਆਂ ਵੱਡੀਆਂ ਸਾਜ਼ਿਸ਼ਾਂ ਜਿਹੜੀਆਂ ਮੁੱਖ ਮੰਤਰੀ ਪੱਧਰ ਦੇ ਉੱਤੇ ਗ੍ਰਹਿ ਮੰਤਰੀ ਦੇ ਪੱਧਰ ਦੇ ਉੱਤੇ ਰਚੀਆਂ ਜਾ ਰਹੀਆਂ, ਉਹਦਾ ਅਸੀਂ ਪੂਰੇ ਡਾਕੂਮੈਂਟਰੀ ਸਬੂਤ ਦੇ ਕੇ ਤੇ ਮੀਡੀਆ ਦੇ ਵਿੱਚ ਖੁਲਾਸਾ ਕੀਤਾ ਸੀ। ਮੈਂ ਤੁਹਾਡਾ ਵੀ ਧੰਨਵਾਦ ਕਰਦਾ ਕਿ ਉਹ ਲੋਕਾਂ ਤੱਕ ਵੀ ਤੁਸੀਂ ਸਾਰਾ ਸਾਡਾ ਵਿਊ ਪੁਆਇੰਟ ਪਹੁੰਚਾਇਆ। ਇੱਕ ਪਹਿਲੀ ਜਿਹੜੀ ਵੱਡੀ ਸਾਜ਼ਿਸ਼ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੂੰ ਝੂਠੇ ਕੇਸ ਦੇ ਵਿੱਚ ਫਸਾਉਣ ਵਾਸਤੇ ਗਵਰਨਰ ਸਾਹਿਬ ਦੀ ਐਨੈਕਸੀ ਦੇ ਵਿੱਚ ਮੀਟਿੰਗ ਕਰਕੇ ਰਚੀ ਗਈ ਸੀ। ਉਹ ਇੱਕ ਬਹੁਤ ਹੀ ਗੰਭੀਰ ਖੁਲਾਸਾ ਸੀ ਜਿਹਦੇ ਬਾਰੇ ਅਸੀਂ ਗਵਰਨਰ ਸਾਹਿਬ ਨੂੰ ਇਨ ਰਾਈਟਿੰਗ ਵੀ ਉਸੇ ਦਿਨ ਹੀ ਲਿਖ ਕੇ ਦੇ ਦਿੱਤਾ ਸੀ ਕਿ ਤੁਹਾਡੇ ਗਵਰਨਰ ਹਾਊਸ ਦੀ ਐਨੈਕਸੀ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ, ਡਿਪਟੀ ਸੀਐਮ ਜਿਹੜੇ ਗ੍ਰਹਿ ਮੰਤਰੀ ਵੀ ਨੇ, ਔਰ ਕਿਹੜੇ ਕਿਹੜੇ ਅਫਸਰ ਉਹਦੇ ਵਿੱਚ ਸ਼ਾਮਲ ਹੋਏ ਔਰ ਕੀ ਕੀ ਉਹਦੇ ਵਿੱਚ ਹੋਇਆ, ਉਹ ਸਾਰਾ ਕੁਝ ਅਸੀਂ ਜਿਹੜਾ ਉਹਦਾ ਖੁਲਾਸਾ ਕੀਤਾ ਸੀ। ਮੈਨੂੰ ਅੱਜ ਵੀ ਹੈਰਾਨੀ ਹੈ ਕਿ ਇਸ ਤੋਂ ਗੰਭੀਰ ਐਲੀਗੇਸ਼ਨ ਕਿਸੇ ਮੁੱਖ ਮੰਤਰੀ ਤੇ ਜਾਂ ਗ੍ਰਹਿ ਮੰਤਰੀ ਤੇ ਕੀ ਹੋ ਸਕਦੀ, ਔਰ ਗਵਰਨਰ ਹਾਊਸ ਦਾ ਵੀ ਖੁਦ ਉਹਦੇ ਵਿੱਚ ਨਾਮ ਆ ਗਿਆ ਕਿਉਂਕਿ ਐਨੈਕਸੀ ਜਿਹੜੀ ਹੈ ਗਵਰਨਰ ਹਾਊਸ ਦੀ ਵਰਤੀ ਗਈ। ਪਰ ਅੱਜ ਤੱਕ ਗਵਰਨਮੈਂਟ ਨੇ ਉਹਨੂੰ ਜਿਹੜਾ ਡਿਨਾਈ ਨਹੀਂ ਕੀਤਾ। ਇਸ ਕਰਕੇ ਜਦੋਂ ਤੁਸੀਂ ਕਿਸੇ ਗੱਲ ਤੇ ਚੁੱਪ ਰਹਿੰਦੇ ਹੋ ਤੇ ਆਪਣੇ ਆਪ ਹੀ ਸੱਚਾਈ ਜਿਹੜੀ ਆ ਉਹ ਲੋਕਾਂ ਦੇ ਸਾਹਮਣੇ ਆ ਜਾਂਦੀ ਹੈ ਕਿ ਤੁਸੀਂ ਉਸ ਨੂੰ ਐਕਸੈਪਟ ਕਰ ਲਿਓ। ਰਾਦਰ ਉਹ ਸਾਡੀ ਗੱਲ ਫੇਰ ਅਥੈਂਟੀਕੇਟ ਹੋ ਗਈ ਕਿ ਜਿਸ ਲੇਡੀ ਦਾ ਨਾਮ ਅਸੀਂ ਉਹਦੇ ਵਿੱਚ ਪ੍ਰੈਸ ਕਾਨਫਰੰਸ ਦੇ ਵਿੱਚ ਲਿਆ ਸੀ ਕਿ ਜਿਸ ਲੇਡੀ ਨੂੰ ਗਵਾਹ ਬਣਾ ਕੇ ਪ੍ਰੈਸ ਕਾਨਫਰੰਸ ਕਰਾਈ ਜਾਏਗੀ ਔਰ ਫਿਰ 164 ਦੇ ਬਿਆਨ ਕਰਾਏ ਜਾਣਗੇ, ਉਹ ਵੀ ਹੂਬਹੂ ਤੁਹਾਡੇ ਸਾਹਮਣੇ ਆ ਗਿਆ ਕਿ ਨੈਕਸਟ ਡੇ ਉਹ ਪ੍ਰੈਸ ਕਾਨਫਰੰਸ ਵੀ ਹੋਗੀ ਔਰ ਉਸੇ ਹੀ ਲਾਈਨ ਦੇ ਉੱਤੇ ਕਿ ਕਿਸੇ ਤਰੀਕੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਕਿਸੇ ਵੀ ਤਰੀਕੇ ਜਿਹੜੇ ਬੇਅਦਬੀ ਵਾਲੇ ਕੇਸ ਹੈ ਉਹਦੇ ਚੋਂ ਕਿਸੇ ਦੇ ਵਿੱਚ ਨਾਂ ਵਿੱਚ ਪਾ ਕੇ ਤੇ ਸਾਡਾ ਇਲੈਕਸ਼ਨ ਦਾ ਜਿਹੜਾ ਮਟੀਰੀਅਲ ਹੈ ਉਹ ਬਣ ਜਾਵੇ, ਉਹ ਕੋਸ਼ਿਸ਼ਾਂ ਹਾਲੇ ਵੀ ਉਸੇ ਤਰੀਕੇ ਬਦਸਤੂਰ ਜਾਰੀ ਹੈ। ਪਰ ਡਿਨਾਈ ਕਿਸੇ ਨੇ ਨਹੀਂ ਕੀਤਾ। ਮੈਂ ਸਮਝਦਾ ਕਿ ਇਸ ਤੋਂ ਵੱਡੀ ਅਥੈਂਟੀਕੇਸ਼ਨ ਕੀ ਹੋਈ ਕਿ ਸਰਕਾਰ ਚੁੱਪ ਰਹੀ ਔਰ ਦੂਜੇ ਪਾਸੇ ਜਿਸ ਲੇਡੀ ਦਾ ਅਸੀਂ ਨਾਮ ਲਿਆ ਸੀ ਉਹ ਉਸੇ ਤਰ੍ਹਾਂ ਹੀ ਜੋ ਅਸੀਂ ਇੱਥੇ ਕਿਹਾ ਸੀ ਉਹ ਉਸੇ ਤਰ੍ਹਾਂ ਹੀ ਪ੍ਰੈਸ ਕਾਨਫਰੰਸ ਦਾ ਰੂਪ ਬਣੇ। ਉਸ ਤੋਂ ਅਗਲੀ ਗੱਲ ਸੀ ਕਿ ਜਦੋਂ ਉਹਨਾਂ ਨੂੰ ਲੱਗਿਆ ਕਿ ਸਾਡਾ ਕੰਮ ਠੁੱਸ ਹੋ ਗਿਆ ਤੇ ਉਹਨੂੰ ਹੋਰ ਤੇਜ਼ ਕਰਨ ਵਾਸਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਧਮਕੀ ਦਿੱਤੀ ਕਿ ਮੈਂ ਮਰਨ ਵਰਤ ਤੇ ਬੈਠ ਜਾਊਂਗਾ ਜੇ ਤੁਸੀਂ ਹੁਣ ਸਰਦਾਰ ਬਿਕਰਮ ਸਿੰਘ ਮਜੀਠੀਆ ਨੂੰ ਅੰਦਰ ਨਾ ਕੀਤਾ, ਵੀ ਜਿੱਦਾਂ ਮਰਜ਼ੀ ਕਰੋ ਬਿਕਰਮ ਸਿੰਘ ਮਜੀਠੀਆ ਅੰਦਰ ਹੋ ਜਾਣਾ ਚਾਹੀਦਾ। ਤੇ ਅਸੀਂ ਸਾਰੀ ਕੋਰ ਕਮੇਟੀ ਸਾਡੇ ਪ੍ਰਧਾਨ ਸਾਹਿਬ ਦੀ ਅਗਵਾਈ ਦੇ ਵਿੱਚ ਸਾਰੇ ਅਸੀਂ ਸੀਐਮ ਹਾਊਸ 'ਚ, ਤੁਸੀਂ ਵੀ ਨਾਲ ਗਏ, ਅਸੀਂ ਜਾ ਕੇ ਚੈਲੰਜ ਕੀਤਾ ਸੀ ਕਿ ਆਹ ਕੁਝ ਹੋ ਰਿਹਾ, ਇਸ ਤਰੀਕੇ ਤੁਸੀਂ ਕ੍ਰਿਮੀਨਲ ਜੁਡੀਸ਼ੀਅਲ ਸਿਸਟਮ ਦਾ ਮਜ਼ਾਕ ਉਡਾ ਰਹੇ ਹੋ ਤੇ ਇਸ ਤੋਂ ਮਾੜੀ ਗੱਲ ਹੋਰ ਕੁਝ ਨਹੀਂ ਹੋ ਸਕਦੀ ਕਿ ਤੁਸੀਂ ਆਪੇ ਹੀ ਕੰਪਲੇਨੈਂਟ ਹੋ, ਆਪੇ ਹੀ ਇਨਵੈਸਟੀਗੇਟਰ ਹੋ, ਆਪੇ ਹੀ ਤੁਸੀਂ ਜੱਜ ਹੋ, ਆਪੇ ਹੀ ਤੁਸੀਂ ਸਜ਼ਾ ਅਨਾਉਂਸ ਕਰ ਦੇਣੀ ਹੈ। ਤੇ ਲਓ ਅਸੀਂ ਆਏ ਹਾਂ ਸਾਡੇ ਸਾਰਿਆਂ ਦੇ ਖਿਲਾਫ ਜਿਹੜੇ ਕੇਸ ਦਰਜ ਕਰ, ਪਰ ਉੱਥੇ ਵੀ ਅੱਜ ਤੱਕ ਗਵਰਨਮੈਂਟ ਆਪਣਾ ਪੱਖ ਕਲੀਅਰ ਨਹੀਂ ਕਰ ਸਕੀ ਕਿਉਂਕਿ ਜੋ ਉਸ ਦਿਨ ਵੀ ਅਸੀਂ ਕਿਹਾ ਸੀ ਉਹ ਨੰਗਾ ਚਿੱਟਾ ਸੱਚ ਸੀ। ਉੱਥੇ ਵੀ ਗਵਰਨਮੈਂਟ ਅੱਜ ਤੱਕ ਚੁੱਪ ਕਰਕੇ ਉਸੇ ਤਰ੍ਹਾਂ ਹੀ ਬੈਠੀ ਹੈ। ਸੋ ਮੈਂ ਕਹਿ ਸਕਦਾ ਕਿ ਇਹ ਇੱਕ ਫਰਾਡ ਜਿਹੜਾ ਉਹ ਕਮਿਟ ਕਰ ਰਹੇ ਆ ਸਾਰੇ ਸਿਸਟਮ ਦੇ ਨਾਲ। ਨਾ ਇਹਨਾਂ ਨੂੰ ਰੂਲ ਆਫ ਲਾ ਦੀ ਕੋਈ ਇੱਜ਼ਤ ਹੈ, ਨਾ ਇਹਨਾਂ ਨੂੰ ਜੁਡੀਸ਼ਰੀ ਦੀ ਕੋਈ ਇੱਜ਼ਤ ਹੈ, ਨਾ ਇਹਨਾਂ ਨੂੰ
ਕਨਸਟੀਟਿਊਸ਼ਨ ਦੀ ਕੋਈ ਇੱਜ਼ਤ ਹੈ, ਨਾ ਇਹਨਾਂ ਵਾਸਤੇ ਕੋਈ ਲਾਅ ਆਫ ਦੀ ਲੈਂਡ ਹੈ। ਇਹਨਾਂ ਦਾ ਇੱਕੋ ਇੱਕ ਮਕਸਦ ਹੈ ਕਿ ਸਾਡਾ ਇਸ ਵੇਲੇ ਬੇੜਾ ਗਰਕ ਹੋਇਆ, ਸਾਡੀ ਕਾਂਗਰਸ ਇਸ ਵੇਲੇ ਡੁੱਬ ਰਹੀ ਹੈ, ਤੇ ਉੱਪਰਲੀ ਵੀ ਇਹਨਾਂ ਦੀ ਆਲ ਇੰਡੀਆ ਕਾਂਗਰਸ ਕਮੇਟੀ ਨੇ ਵੀ ਔਰ ਜਿਹੜੀ ਸੂਬੇ ਦੀ ਪ੍ਰਦੇਸ਼ ਕਾਂਗਰਸ ਕਮੇਟੀ ਹੈ, ਇਹਨਾਂ ਨੇ ਹੁਣ ਸਰਕਾਰ ਦੇ ਕੋਲੋਂ ਇਨਵੈਸਟੀਗੇਸ਼ਨ ਜਿਹੜੀ ਹੈ ਆਪਣੇ ਕੋਲ ਲੈ ਲਈ। ਇਹ ਮੈਂ ਕਿਹਾ ਇਸ ਤੋਂ ਵੱਡਾ ਮਜ਼ਾਕ ਕਾਨੂੰਨ ਦਾ ਕੀ ਹੋ ਸਕਦਾ ਕਿ ਹੁਣ ਜਿਹੜੀਆਂ ਸਾਜ਼ਿਸ਼ਾਂ ਸਾਰੀਆਂ ਉਹ ਮੁੱਖ ਮੰਤਰੀ ਸਾਹਿਬ, ਗ੍ਰਹਿ ਮੰਤਰੀ ਆਪ ਵਿੱਚ ਸ਼ਾਮਲ ਹੋ ਕੇ ਤਿਆਰ ਕਰਵਾ ਰਹੇ ਆ, ਔਰ ਅਫਸਰਾਂ ਨੂੰ ਉਹ ਇੰਪਲੀਮੈਂਟ ਕਰਨ ਵਾਸਤੇ ਹਰ ਤਰ੍ਹਾਂ ਦੀ ਧਮਕੀ ਵੀ ਦਿੱਤੀ ਜਾਂਦੀ ਹੈ। ਅਫਸਰਾਂ ਦੀਆਂ ਬਦਲੀਆਂ ਵੀ ਲਗਾਤਾਰ ਕੀਤੀਆਂ ਜਾਂਦੀਆਂ ਕਿ ਜੇ ਇੱਕ ਅਫਸਰ ਕਹਿੰਦਾ ਕਿ ਨਹੀਂ ਜੀ ਮੈਂ ਐਡਾ ਵੱਡਾ ਗੁਨਾਹ ਨਹੀਂ ਕਰ ਸਕਦਾ, ਉਹਨੂੰ ਨਾਲ ਦੀ ਨਾਲ ਬਦਲ ਦਿੱਤਾ ਜਾਂਦਾ, ਉਹਦੀ ਥਾਂ ਤੇ ਦੂਜੇ ਅਫਸਰ ਨੂੰ ਕੋਈ ਲਾਲਚ ਦੇ ਕੇ ਦੂਜੇ ਨੂੰ ਲਾਇਆ ਜਾਂਦਾ। ਜੇ ਉਹ ਦੇਖ ਕੇ ਕਹਿੰਦਾ ਪੋਜੀਸ਼ਨ ਕਿ ਨਹੀਂ ਜੀ ਇਹ ਨਹੀਂ ਮੈਂ ਕਰ ਸਕਦਾ, ਬਹੁਤ ਗਲਤ ਹੈ, ਤੀਜਾ ਅਫਸਰ ਲਾ ਦਿੱਤਾ ਜਾਂਦਾ। ਜ਼ਿਲ੍ਹਿਆਂ ਦੇ ਐਸਐਸਪੀਆਂ ਨੂੰ ਲਾਲਚ ਦਿੱਤੇ ਜਾਂਦੇ ਆ ਵੀ ਤੂੰ ਫਲਾਣੇ ਜ਼ਿਲ੍ਹੇ 'ਚ ਲੱਗ ਜਾ, ਉੱਥੇ ਤੈਨੂੰ ਫਾਇਦਾ ਕਰ ਦਿਆਂਗੇ, ਤੈਨੂੰ ਐਸਐਸਪੀ ਲਾ ਦਿਆਂਗੇ, ਤੂੰ ਆਹ ਕੰਮ ਕਰ ਦੇ। ਜਿਹੜਾ ਬਿਊਰੋ ਆਫ ਇਨਵੈਸਟੀਗੇਸ਼ਨ ਹੈ ਕਿੰਨੇ ਸੈਂਸਿਟਿਵ ਕੇਸ ਹੈਂਡਲ ਕਰ ਰਿਹਾ। ਪਹਿਲਾਂ ਅਰਪਨ ਸ਼ੁਕਲਾ ਜੀ ਲੱਗੇ ਸੀ, ਉਹਨਾਂ ਦੀ ਟ੍ਰਾਂਸਫਰ ਹੋ ਗਈ। ਉਸ ਤੋਂ ਬਾਅਦ ਵਰਿੰਦਰ ਕੁਮਾਰ ਜੀ ਲੱਗੇ, ਉਹਨਾਂ ਦੀ ਟ੍ਰਾਂਸਫਰ ਹੋ ਗਈ। ਹੁਣ ਐਸਕੇ ਅਸਥਾਨਾ ਸਾਹਿਬ ਆ ਗਏ। ਇਹ ਜਿਹੜੀ ਇੰਨੀ ਫਾਸਟ ਟ੍ਰਾਂਸਫਰ ਨੀਤੀ ਚੱਲ ਰਹੀ ਹੈ ਜਿਹੜੀ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਸਵਾਲ ਖੜੀ ਕਰਦੀ, ਕਿਉਂਕਿ ਸਰਕਾਰ ਤਾਂ ਪਹਿਲਾਂ ਵੀ ਕਾਂਗਰਸ ਦੀ ਸੀ, ਹੁਣ ਵੀ ਕਾਂਗਰਸ ਦੀ, ਬਦਲਿਆ ਕੀ? ਤੇ ਇੰਨੀ ਜਿਹੜੇ ਇਨਵੈਸਟੀਗੇਸ਼ਨ ਸੈਂਸਿਟਿਵ ਜਿਹੜੇ ਹੈਂਡਲ ਕਰ ਰਹੇ ਆ, ਉਹਨਾਂ ਦੀ ਹਰ ਚੌਥੇ ਦਿਨ ਉੱਥੇ ਬਦਲੀਆਂ ਹੋ ਜਾਣ। ਉਸ ਤੋਂ ਪਹਿਲਾਂ ਪ੍ਰਮੋਦ ਕੁਮਾਰ ਜੀ ਉਹਦੇ ਵਿੱਚ ਸੀਗੇ। ਇੱਕ ਬਹੁਤ ਵੱਡੇ ਸਵਾਲ ਜਿਹੜੇ ਆ ਇਹਨਾਂ ਟ੍ਰਾਂਸਫਰਾਂ ਦੇ ਉੱਤੇ, ਚਾਹੇ ਐਸਐਸਪੀ ਦੀਆਂ ਟ੍ਰਾਂਸਫਰਾਂ ਨੇ, ਚਾਹੇ ਵੱਡੇ ਅਫਸਰ ਦੀਆਂ ਟ੍ਰਾਂਸਫਰਾਂ ਨੇ, ਬਹੁਤ ਵੱਡੇ ਕੁਐਸਚਨ ਹੈ ਜਿਹੜੇ ਸਮੇਂ ਦੇ ਹਿਸਾਬ ਦੇ ਨਾਲ, ਜਿਨ੍ਹਾਂ ਦਾ ਜਵਾਬ ਜਿਹੜਾ ਜਿਹੜੇ ਵੀ ਇਸ ਵੇਲੇ ਇਹ ਕੰਮ ਕਰ ਰਹੇ ਆ ਉਹਨਾਂ ਨੂੰ ਲੋਕਾਂ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਦੇਣਾ ਪੈਣਾ। ਹੁਣ ਇੱਕ ਅਗਲੀ ਜਿਹੜੀ ਕਨਸਪੀਰੇਸੀ ਪਾਰਟ 3, ਕਿਉਂਕਿ 2 ਤਾਂ ਅਸੀਂ ਪਹਿਲਾਂ ਕੀਤੀਆਂ ਸੀ। ਇਹ ਜਹਾਜ਼ ਭਰ ਕੇ ਤੇ ਸਾਜ਼ਿਸ਼ ਰਚਣ ਵਾਸਤੇ ਦਿੱਲੀ ਗਿਆ। ਕੱਲ ਦੁਪਹਿਰ ਨੂੰ ਇੱਕ ਹੈਲੀਕਾਪਟਰ ਸਾਡੇ ਚੰਡੀਗੜ੍ਹ ਤੋਂ ਉੱਡ ਕੇ ਸਾਡੇ ਡਿਪਟੀ ਸੀਐਮ ਸਾਹਿਬ ਰੰਧਾਵਾ ਸਾਹਿਬ, ਉਹਨਾਂ ਦੇ ਨਾਲ ਜਿਹੜਾ ਕਾਂਗਰਸ ਦਾ ਇੱਕ ਨੌਜਵਾਨ ਐਮਐਲਏ ਜੀਰਾ ਸਾਹਿਬ, ਨਾਲ ਉਹਨਾਂ ਦੇ ਡੀਜੀਪੀ ਸਾਹਿਬ, ਨਾਲ ਉਹਨਾਂ ਦੇ ਸਰਦਾਰ ਹਰਪ੍ਰੀਤ ਸਿੰਘ ਸਿੱਧੂ ਸਾਹਿਬ, ਨਾਲ ਐਸਕੇ ਅਸਥਾਨਾ ਸਾਹਿਬ, ਇਹ ਫਿਰ ਕੱਲ ਦਿੱਲੀ ਮੀਟਿੰਗ ਕਰਕੇ ਆਏ। ਔਰ ਚੰਨੀ ਸਾਹਿਬ ਆਲ ਇੰਡੀਆ ਕਾਂਗਰਸ ਕਮੇਟੀ ਦੀ ਕਮਾਂਡ ਲੈ ਕੇ, ਡਾਇਰੈਕਸ਼ਨ ਲੈ ਕੇ ਉੱਥੇ T4 에ਅਰਪੋਰਟ ਤੇ ਲਾਂਚ ਦੇ ਵਿੱਚ ਉਹਨਾਂ ਦੀ ਵੇਟ ਕਰ ਰਹੇ ਸੀ। ਉੱਥੇ ਕੱਲ ਫਿਰ ਮੀਟਿੰਗ ਹੋਈ ਆ ਵੀ ਕਾਂਗਰਸ ਤਾਂ ਬਚਦੀ ਆ ਜੇ ਬਿਕਰਮ ਸਿੰਘ ਮਜੀਠੀਆ ਦੇ ਉੱਤੇ 164 ਦਾ ਕੋਈ ਬਿਆਨ ਕਰਾ ਕੇ ਕੁਛ ਕਰਾ ਦਿਓ। ਕਿਸੇ ਤਰੀਕੇ ਸਰਦਾਰ ਬਿਕਰਮ ਸਿੰਘ ਮਜੀਠੀਆ ਨੂੰ ਭਾਵੇਂ ਇੱਕ ਦਿਨ ਵਾਸਤੇ ਫੜ ਕੇ ਅੰਦਰ ਦੇ ਦਿਓ ਤੇ ਜਿਵੇਂ ਮਰਜ਼ੀ ਆ ਉਹਦਾ ਕੇਸ ਦੇ ਵਿੱਚ ਨਾ ਪਾ ਦਿਓ। ਮੈਂ ਸਮਝਦਾ ਕਿ ਇਹ ਜਿਹੜੀ ਹਵਸ ਹੈ ਕਾਂਗਰਸ ਪਾਰਟੀ ਦੀ, ਜਿਹਦੇ ਵਿੱਚ ਇਹਨਾਂ ਦੀ ਨੈਸ਼ਨਲ ਲੀਡਰਸ਼ਿਪ ਵੀ, ਚਾਹੇ ਸੋਨੀਆ ਗਾਂਧੀ ਹੈ ਚਾਹੇ ਰਾਹੁਲ ਗਾਂਧੀ ਵੀ, ਸਿੱਧੇ ਤੌਰ ਤੇ ਡਾਇਰੈਕਸ਼ਨ ਦੇ ਰਿਹਾ। ਇਹਨਾਂ ਦਾ ਸੂਬੇ ਦਾ ਪ੍ਰਧਾਨ ਵੀ ਸ਼ਾਮਲ ਹੈ, ਇਹਨਾਂ ਦੇ ਮੁੱਖ ਮੰਤਰੀ ਵੀ ਸ਼ਾਮਲ ਹੈ, ਗ੍ਰਹਿ ਮੰਤਰੀ ਵੀ ਸ਼ਾਮਲ ਹੈ। ਇਹ ਜਿਹੜੀ ਕਨਸਪੀਰੇਸੀ ਇਸ ਲੈਵਲ ਦੀ ਹੈ, ਇਹਦਾ ਨਿਸ਼ਾਨਾ ਸਿਰਫ ਇੱਕੋ ਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਇਸ ਵੇਲੇ ਸੱਤਾ ਵਾਲੇ ਪਾਸੇ ਵਧ ਰਿਹਾ, ਕਿਸੇ ਤਰੀਕੇ ਉਹਨੂੰ ਜਿਹੜਾ ਉਹ ਰੋਕਿਆ ਜਾਵੇ, ਉਸ ਮੋਮੈਂਟਮ ਨੂੰ ਜਿਹੜਾ ਉਹ ਰੋਕਿਆ ਜਾਵੇ। ਔਰ ਉਹ ਤਾਂ ਰੁਕਦਾ ਕਿ ਜੇ ਇਮੀਡੀਏਟਲੀ ਜਿਹੜੀ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਜਾਂ ਸਰਦਾਰ ਬਿਕਰਮ ਸਿੰਘ ਮਜੀਠੀਆ ਕਿਸੇ ਤਰੀਕੇ ਇਹਨਾਂ ਦਾ ਕਿਸੇ ਸੈਂਸੇਸ਼ਨਲ ਕੇਸ ਦੇ ਵਿੱਚ ਜਿਹੜਾ ਉਹ ਨਾ ਪਾ ਦਿੱਤਾ ਜਾਵੇ। ਇਸ ਕਰਕੇ ਮੈਂ ਮੀਡੀਆ ਦੇ ਰਾਹੀਂ ਮੁੱਖ ਮੰਤਰੀ ਸਾਹਿਬ ਨੂੰ ਵੀ ਕਹਿਣਾ ਚਾਹੁੰਦਾ ਔਰ ਜਿਹੜੇ ਅਫਸਰ ਸਾਹਿਬਾਨ ਸ਼ਾਮਲ ਹੋ ਰਹੇ ਆ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਦੇਖੋ, ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੇ। ਇਹ ਤਾਂ ਹੁਣ ਗਿਣਤੀ ਦੇ ਦਿਨ ਕਾਂਗਰਸ ਦੇ ਰਹਿ ਗਏ। ਅੱਜ 5 ਤਰੀਕ ਹੋ ਗਈ, ਮੇਰੇ ਖਿਆਲ ਤੀਜੇ ਹਫ਼ਤੇ 'ਚ ਕੋਡ ਆਫ ਕੰਡਕਟ ਲੱਗ ਜਾਣਾ।
ਪਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਸਮਾਂ ਆਉਣ ਦੇ ਉੱਤੇ ਇਨਵੈਸਟੀਗੇਟ ਹੋਣਗੀਆਂ। ਇਸ ਕਰਕੇ ਮੈਂ ਤਾਂ ਇਹਨਾਂ ਨੂੰ ਕਹਿਣਾ ਚਾਹੁੰਦਾ, ਕਾਂਗਰਸ ਤੇ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ, ਵੀ ਤੁਸੀਂ ਆਪ ਹੀ ਇੱਕ ਆਪਣੀ ਕਾਂਗਰਸ ਦੀ ਟੀਮ ਹੀ ਕਿਉਂ ਨਹੀਂ ਬਣਾਣੀ, ਕਿ ਆਪਣੀ ਇੱਕ ਐਸਆਈਟੀ ਬਣਾਓ, ਉਹਦੇ ਵਿੱਚ ਜਿਹੜਾ ਨਵਜੋਤ ਸਿੰਘ ਸਿੱਧੂ ਨੂੰ ਵੀ ਪਾਓ, ਉਹਨੂੰ ਵੀ ਪਾਓ, ਹੀਰਾ ਸਾਹਿਬ ਨੂੰ ਵੀ ਪਾਓ, ਜਿਹੜਾ ਕੋਈ ਇਸ ਤਰ੍ਹਾਂ ਤੇ ਲਿਖ ਕੇ ਸਾਰਾ ਸਰਕਾਰ ਦੀ ਜਿਹੜਾ ਸਿੱਧਾ ਪਰਚਾ ਦਰਜ ਕਰਕੇ ਫੜ ਕੇ ਵੀ ਉਹੀ ਲੈ ਜਾਣ ਤੇ ਜਾ ਕੇ ਤੁਸੀਂ ਆਪਣੀ ਇਲੈਕਸ਼ਨ ਲੜ ਲਓ। ਕਿਉਂਕਿ ਕਿਸ ਹੱਦ ਤੱਕ ਨੀਵੇਂ ਤੁਸੀਂ ਜਾਓਗੇ, ਕਿਤੇ ਤਾਂ ਸਿਸਟਮ ਜਿਹੜਾ ਹਿੰਦੁਸਤਾਨ ਦੇ ਸੰਵਿਧਾਨ ਦਾ ਉਹ ਆਪਰੇਟ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ, ਕਿਸ ਹੱਦ ਤੱਕ ਲੈ ਕੇ ਜਾਓਗੇ, ਕਿੰਨੇ ਨਿਵਾਣ ਤੱਕ ਤੁਸੀਂ ਹੋਰ ਜਾਓਗੇ, ਸਿਰਫ ਇਹੀ ਗੱਲ ਸਾਬਤ ਕਰਨ ਵਾਸਤੇ ਕਿ ਅਸੀਂ ਇਲੈਕਸ਼ਨ ਦੇ ਵਿੱਚ ਕਿਹਾ ਸੀ ਇਹਨਾਂ ਨੂੰ ਅੰਦਰ ਕਰਾਂਗੇ ਤੇ ਮੇਰੀ ਗਰਦਨ ਤਾਂ ਆਕੜੀ ਰਹਿ ਸਕਦੀ ਹੈ ਜੇ ਇਹ ਅੰਦਰ ਹੋਣ ਤਾਂ ਮੈਂ ਜਾ ਕੇ ਕੰਪੇਨ ਕਰ ਸਕਦਾ। ਤੇ ਅਸੀਂ ਕਹਿੰਦੇ ਹਾਂ ਕਿ ਤੁਸੀਂ ਕੱਲ ਜਿਹੜਾ ਅਰੈਸਟ ਕਰਨਾ ਸੀ ਅੱਜ ਕਰ ਲਓ, ਇੱਕ ਨੂੰ ਕਰਨਾ ਸਾਰੀ ਪਾਰਟੀ ਨੂੰ ਕਰ ਲਓ, ਪਰ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਤੁਹਾਨੂੰ ਪਤਾ ਹੋਣਾ ਚਾਹੀਦਾ। ਸ਼੍ਰੋਮਣੀ ਅਕਾਲੀ ਦਲ ਬੜੇ ਵੱਡੇ ਜ਼ਬਰ ਤੇ ਜ਼ੁਲਮ ਦਾ ਸਾਹਮਣਾ ਕਰਦਾ ਪਿਆ, ਨਾ ਕਦੀ ਕਿਸੇ ਕੇਂਦਰ ਸਰਕਾਰ ਕੋਲੇ ਝੁਕਿਆ, ਨਾ ਕਿਸੇ ਸੂਬੇ ਦੀ ਸਰਕਾਰ ਕੋਲੇ ਝੁਕਿਆ ਤੇ ਨਾ ਹੁਣ ਝੁਕੇਗਾ। ਔਰ ਕੋਈ ਵੀ ਤੁਹਾਡੀ ਜਿਹੜੀ ਸਾਜ਼ਿਸ਼ ਹੈ ਉਹ ਤੁਹਾਨੂੰ ਜਿਹੜੀ ਹੈਗੀ ਹੈ ਕਾਮਯਾਬੀ ਵਾਲੇ ਪਾਸੇ ਨਹੀਂ ਲੈ ਕੇ ਜਾਏਗੀ, ਕਿਉਂਕਿ ਤੁਹਾਡੀ ਅਸਲੀਅਤ ਹੁਣ ਪੰਜਾਬ ਦੀ ਜਨਤਾ ਨੂੰ ਜਗਜ਼ਾਰ ਹੋ ਚੁੱਕੀ। ਇਸ ਕਰਕੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਵੀ ਚੇਤਾਵਨੀ ਦਿੰਦਾ ਕਿ ਇਹ ਜਿਹੜੇ ਇਸ ਤਰ੍ਹਾਂ ਦੇ ਦਿਨ ਹੈ ਇਹ ਹਮੇਸ਼ਾ ਨਹੀਂ ਰਹਿੰਦੇ, ਔਰ ਅਫਸਰ ਸਾਹਿਬਾਨਾਂ ਨੂੰ ਵੀ ਉਹਨਾਂ ਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਣਾ ਚਾਹੁੰਦਾ ਕਿ ਉਹਨਾਂ ਦੀ ਕਾਨੂੰਨ ਪ੍ਰਤੀ ਸੰਵਿਧਾਨ ਪ੍ਰਤੀ ਜੋ ਜ਼ਿੰਮੇਵਾਰੀ ਹੈ ਉਹ ਸਾਰਿਆਂ ਨੂੰ ਨਿਭਾਉਣੀ ਚਾਹੀਦੀ ਹੈ। ਰਬੜ ਸਟੈਂਪ ਨਹੀਂ ਬਣਨਾ ਚਾਹੀਦਾ, ਕਿਉਂਕਿ ਸੂਨਰ ਔਰ ਲੇਟਰ ਅੱਗੇ ਕੁੰਵਰ ਵਿਜੇ ਪ੍ਰਤਾਪ ਹੈ, ਫਿਰ ਨੌਕਰੀ ਛੱਡ ਕੇ ਚਲਾ ਗਿਆ। ਸੂਨਰ ਔਰ ਲੇਟਰ ਇਹ ਸਾਰੀਆਂ ਚੀਜ਼ਾਂ ਸਕਰੂਟਨਾਈਜ਼ ਹੁੰਦੀਆਂ ਨੇ, ਔਰ ਹਰ ਇੱਕ ਨੂੰ ਜੋ ਕਿਸੇ ਨੇ ਗਲਤ ਕੀਤਾ ਉਹਦੀ ਜਵਾਬਦੇਹੀ ਉਹਨੂੰ ਕਰਨੀ ਪਏਗੀ।